ਸੱਸਾ ਸੋਨੀਕਾ ਕਰ ਸੁਧ ਘਾਟ ਪਰਚਾ ਕੀ ਬਾਤ ਨਿਰੁੱਧ। ਘਾਟ ਪਰਚਾ ਜੋ ਉਪਜੈ ਭਾਉ ਪੂਰ ਰਹਿਆ ਤਹ ਤ੍ਰਿਭਵਨ ਰਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 342। ਭਗਤਾਂ ਕੀ ਬਾਣੀ ਦੇ ਅੰਤਰਗਤ ਗੌੜੀ ਰਾਗ ਦੇ ਵਿੱਚ ਸ੍ਰੀ ਕਬੀਰ ਜੀਓ ਕੀ ਬਾਣੀ 52 ਅੱਖਰੀ ਪਾਤਸ਼ਾਹ ਜੀ ਦੀ 39ਵੀਂ ਪੌੜੀ। ਸੱਸਾ ਸੋਨੀਕਾ ਕਰ ਸੁਧ ਹੋ। ਸੱਸਾ ਅੱਖਰ ਦੇ ਪ੍ਰਥਾਏ ਮਹਾਰਾਜ ਫਰਮਾਨ ਕਰਦੇ ਹਨ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਚੰਗੀ ਤਰ੍ਹਾਂ ਕਰਕੇ ਖੋਜਣਾ ਕਰੋ, ਘੋਖਣਾ ਜਾਂ ਪੜਤਾਲਣਾ ਕਰੋ। ਨੀਕਾ ਕਰ ਅਰਥਾਤ ਕਿ ਚੰਗੀ ਤਰ੍ਹਾਂ ਕਰਕੇ ਸੋਧੋ ਅਰਥਾਤ ਘੋਖਣਾ ਕਰੋ। ਮਹਾਰਾਜ ਕਹਿੰਦੇ ਘਾਟ ਪਰਚਾ ਕੀ ਬਾਤ ਨਿਰੁੱਧ ਹੋ, ਅਰਥਾਤ ਕਿ ਹਿਰਦੇ ਨੂੰ ਪਰਚਾਉਣੇ ਵਾਲੀਆਂ ਜੋ ਬਾਹਰ ਮੁਖੀ ਬਾਤਾਂ ਹਨ ਉਹਨਾਂ ਤੋਂ ਆਪਣੇ ਮਨ ਨੂੰ ਨਿਰੁੱਧ ਹੋ, ਅਰਥਾਤ ਰੋਕ ਕੇ ਰੱਖੋ, ਵਰਜ ਕੇ ਰੱਖੋ, ਹੋੜ ਕੇ ਰੱਖੋ। ਅਤੇ ਮਹਾਰਾਜ ਕਹਿੰਦੇ ਘਾਟ ਪਰਚਾ ਜੋ ਉਪਜੈ ਭਾਉ ਪੂਰ ਰਹਿਆ ਤਹ ਤ੍ਰਿਭਵਨ ਰਾਉ। ਘਾਟ ਪਰਚਾ ਜੋ ਉਪਜੈ ਭਾਉ ਅਰਥਾਤ ਕਿ ਅਸਲ ਦੇ ਵਿੱਚ ਸਾਡਾ ਹਿਰਦਾ ਕੇਵਲ ਉਦੋਂ ਹੀ ਪਰਚਦਾ ਜਦੋਂ ਇਹਦੇ 'ਚ ਪਰਮੇਸ਼ਰ ਜੀ ਦੇ ਪਿਆਰ ਉਤਪੰਨ ਹੁੰਦਾ ਅਤੇ ਫਿਰ ਮਹਾਰਾਜ ਕਹਿੰਦੇ ਪੂਰ ਰਹਿਆ ਤਹ ਤ੍ਰਿਭਵਨ ਰਾਉ, ਅਰਥਾਤ ਕਿ ਫਿਰ ਉਸ ਗੁਰਮੁਖ ਗੁਰੂ ਪਿਆਰੇ ਦੇ ਹਿਰਦੇ ਦੇ ਵਿੱਚ ਤ੍ਰਿਲੋਕੀ ਦਾ ਰਾਜਾ ਪਰਮੇਸ਼ਰ ਪੂਰਨ ਹੋ ਕੇ ਵਰਤਦਾ। ਸੋ ਅੱਗੋਂ 40ਵੀਂ ਪੌੜੀ ਦੇ ਵਿੱਚ ਖੱਖਾ ਅੱਖਰ ਦੇ ਪ੍ਰਥਾਏ ਮਹਾਰਾਜ ਕਿਰਪਾ ਕਰਨ ਲੱਗੇ। ਕਹਿੰਦੇ ਖੱਖਾ ਖੋਜ ਪਰਾ ਜੋ ਕੋਈ ਜੋ ਖੋਜਾ ਸੋ ਬਹੁਰ ਨਾ ਹੋਈ। ਖੋਜ ਬੂਝ ਜੋ ਕਰੈ ਵਿਚਾਰਾ ਤੋ ਭਵ ਜਲ ਤਰਤ ਨਾ ਲਾਵੈ ਬਾਰਾ। ਖੱਖਾ ਖੋਜ ਪਰਾ ਜੋ ਕੋਈ, ਖੱਖਾ ਅੱਖਰ ਦੇ ਪ੍ਰਥਾਏ ਮਹਾਰਾਜ ਕਿਰਪਾ ਕਰਦੇ ਹਨ ਕਿ ਖੋਜ ਪਰਾ ਜੋ ਕੋਈ ਅਰਥਾਤ ਕਿ ਜੇਕਰ ਕੋਈ ਗੁਰਮੁਖ ਗੁਰੂ ਪਿਆਰਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਖੋਜ ਪੜਤਾਲ ਦੇ ਰਸਤੇ 'ਤੇ ਪੈ ਜਾਵੇ ਤਾਂ ਮਹਾਰਾਜ ਕਹਿੰਦੇ ਜੋ ਖੋਜੈ ਸੋ ਬਹੁਰ ਨਾ ਹੋਈ, ਅਰਥਾਤ ਕਿ ਜਿਹੜਾ ਵੀ ਗੁਰਮੁਖ ਗੁਰੂ ਪਿਆਰਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਇੱਕ ਵਾਰੀ ਖੋਜ ਲੈਂਦਾ, ਲੱਭ ਲੈਂਦਾ, ਢੂੰਡ ਲੈਂਦਾ ਸੋ ਬਹੁਰ ਨਾ ਹੋਈ, ਅਰਥਾਤ ਕਿ ਉਸਨੂੰ ਦੁਬਾਰਾ ਜਨਮ ਨਹੀਂ ਧਾਰਨਾ ਪੈਂਦਾ। ਕਹਿੰਦੇ ਖੋਜ ਬੂਝ ਜੋ ਕਰੈ ਵਿਚਾਰਾ ਤੋ ਭਵ ਜਲ ਤਰਤ ਨਾ ਲਾਵੈ ਬਾਰਾ। ਖੋਜ ਬੂਝ ਜੋ ਕਰੈ ਵਿਚਾਰਾ, ਜੇਕਰ ਕੋਈ ਗੁਰਮੁਖ ਗੁਰੂ ਪਿਆਰਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਖੋਜ ਕੇ ਅਥਵਾ ਬੁੱਝ ਕੇ ਆਪਣੇ ਹਿਰਦੇ ਦੇ ਵਿੱਚ ਉਸ ਦੀ ਵਿਚਾਰ ਕਰਨੀ ਕਰੇ ਤਾਂ ਮਹਾਰਾਜ ਕਹਿੰਦੇ ਤੋ ਭਵ ਜਲ ਤਰਤ ਨਾ ਲਾਵੈ ਬਾਰਾ, ਤਾਂ ਫਿਰ ਉਹ ਸੰਸਾਰ ਰੂਪੀ ਸਮੁੰਦਰ ਨੂੰ ਤਰਦਾ ਹੋਇਆ ਚਿਰ ਨਹੀਂ ਲਾਉਂਦਾ। ਭਾਵ ਕਿ ਛਿਣ ਭੰਗਰ ਦੇ ਵਿੱਚ ਹੀ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਹੋ ਜਾਂਦਾ ਉਹ ਗੁਰਮੁਖ ਗੁਰੂ ਪਿਆਰਾ। ਸੋ ਅੱਗੋਂ 41ਵੀਂ ਪੌੜੀ ਦੇ ਵਿੱਚ ਸੱਸਾ ਅੱਖਰ ਦੇ ਪ੍ਰਥਾਏ ਮਹਾਰਾਜ ਕਿਰਪਾ ਕਰਨ ਲੱਗੇ। ਕਹਿੰਦੇ ਸੱਸਾ ਸੋ ਸਹਿ ਸੇਜ ਸਵਾਰੈ ਸੋਈ ਸਹੀ ਸੰਦਹਿ ਨਿਵਾਰੈ। ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਇਹ ਤ੍ਰੀਹ ਉਹ ਕੰਤ ਕਹਾਵਾ। ਸੱਸਾ ਸੋ ਸਹਿ ਸੇਜ ਸਵਾਰੈ, ਸੱਸਾ ਅੱਖਰ ਦੇ ਪ੍ਰਥਾਏ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜੀ ਵੀ ਜੀਵ ਰੂਪੀ ਇਸਤਰੀ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਦੀ ਖਾਤਰ ਆਪਣੇ ਹਿਰਦੇ ਰੂਪੀ ਸੇਜ ਨੂੰ ਸੰਵਾਰਨਾ ਕਰਦੀ ਹੈ, ਸ਼ਿੰਗਾਰਨਾ ਕਰਦੀ ਹੈ, ਸੋਈ ਸਹੀ ਸੰਦੇਹ ਨਿਵਾਰੈ, ਅਰਥਾਤ ਕਿ ਉਹੀ ਸਖੀ ਆਪਣੇ ਸੰਦੇਹ ਨੂੰ ਨਿਵਾਰ ਲੈਂਦੀ, ਭਾਵ ਕਿ ਭਰਮ ਭੁਲੇਖੇ ਸ਼ੱਕ ਅਥਵਾ ਸੰਸ਼ੇ ਨੂੰ ਦੂਰ ਕਰ ਲੈਂਦੀ ਹੈ।
ਕਹਿੰਦੇ ਅਲਪ ਸੁਖ ਛਾੜ ਪਰਮ ਸੁਖ ਪਾਵਾ, ਤਬ ਇਹ ਤ੍ਰੀ ਉਹ ਕੰਤ ਕਹਾਵਾ। ਅਲਪ ਸੁਖ ਛਾੜ ਪਰਮ ਸੁਖ ਪਾਵਾ, ਜੇਕਰ ਇਹ ਜੀਵ ਰੂਪੀ ਇਸਤਰੀ ਅਲਪ ਸੁੱਖਾਂ ਨੂੰ ਛੱਡ ਕੇ ਐਵੇਂ ਛੋਧੇ ਜਿਹੇ ਸੁੱਖਾਂ ਨੂੰ ਵਿਸਾਰ ਕੇ ਪਰਮ ਸੁੱਖ ਨੂੰ ਪਾਉਣਾ ਕਰੇ, ਭਾਵ ਕੇ ਮਾਇਆਵੀ ਸੁੱਖਾਂ ਨੂੰ ਛੱਡ ਕੇ ਆਤਮਕ ਆਨੰਦ ਨੂੰ ਪਾਉਣਾ ਕਰੇ, ਰੂਹਾਨੀ ਸਵਾਦ ਨੂੰ ਪਾਉਣਾ ਕਰੇ, ਤਾਂ ਮਹਾਰਾਜ ਕਹਿੰਦੇ ਤਬ ਇਹ ਤ੍ਰੀ ਉਹ ਕੰਤ ਕਹਾਵਾ। ਤਾਂ ਕਿਤੇ ਜਾ ਕੇ ਭਾਈ ਇਹ ਜੀਵ ਰੂਪੀ ਇਸਤਰੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਤ੍ਰੀਮਤ ਅਤੇ ਉਹ ਅਕਾਲ ਪੁਰਖ ਵਾਹਿਗੁਰੂ ਇਹਦਾ ਕੰਤ ਖਵਾਉਂਦਾ ਹੈ। ਸੋ ਅੱਗੋਂ 42ਵੀਂ ਪੌੜੀ ਦੇ ਵਿੱਚ ਹਾਹਾ ਅੱਖਰ ਦੇ ਪਰਥਾਏ ਮਹਾਰਾਜ ਕਿਰਪਾ ਕਰਨ ਲੱਗੇ। ਕਹਿੰਦੇ ਹਾਹਾ ਹੋਤ ਹੋਏ ਨਹੀਂ ਜਾਣਾ, ਜਬ ਹੀ ਹੋਏ ਤਬ ਹੈ ਮਨ ਮਾਨਾ, ਹੈ ਤਾਂ ਸਹੀ ਲਖੈ ਜੋ ਕੋਈ, ਤਬ ਉਹੀ ਉਹ ਇਹੋ ਨਾ ਹੋਈ। ਹਾਹਾ ਹੋਤ ਹੋਏ ਨਹੀਂ ਜਾਣਾ, ਹਾਹਾ ਅੱਖਰ ਦੇ ਪਰਥਾਏ ਮਹਾਰਾਜ ਕਿਰਪਾ ਕਰਦੇ ਹਨ ਕਿ ਇਸ ਜੀਵ ਨੇ ਪੈਦਾ ਹੋ ਕੇ ਉਸ ਪਰਮੇਸ਼ਰ ਦਾ ਸਰੂਪ ਹੋਣਾ ਸੀ। ਹੋਤ ਹੋਏ ਪਰ ਮਹਾਰਾਜ ਕਹਿੰਦੇ ਨਹੀਂ ਜਾਣਾ, ਪਰੰਤੂ ਇਸ ਨੇ ਹੋ ਕੇ ਵੀ ਉਸ ਦਾ ਸਰੂਪ ਹੋ ਕੇ ਨਹੀਂ ਜਾਣਿਆ। ਮਹਾਰਾਜ ਕਹਿੰਦੇ ਜਬ ਹੀ ਹੋਏ ਤਬ ਹੈ ਮਨ ਮਾਨਾ, ਅਰਥਾਤ ਕਿ ਇਸ ਜੀਵ ਦਾ ਮਨ ਕੇਵਲ ਤਾਂ ਹੀ ਮੰਨ ਸਕਦਾ ਭਾਈ ਜਦੋਂ ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੋ ਨਿਬੜਦਾ। ਜਬ ਹੀ ਹੋਏ ਤਬ ਹੈ ਮਨ ਮਾਨਾ, ਮਾਰੇ ਕਹਿੰਦੇ ਹੈ ਤਾਂ ਸਹੀ ਲਖੈ ਜੋ ਕੋਈ, ਹੈ ਤਾਂ ਸਹੀ ਅਰਥਾਤ ਕਿ ਉਹ ਅਕਾਲ ਪੁਰਖ ਵਾਹਿਗੁਰੂ ਹੈ ਤਾਂ ਅਵਸ਼ ਯਕੀਨੀ ਤੌਰ 'ਤੇ ਹੈ, ਪ੍ਰਤੱਖ ਪ੍ਰਗਟ ਹੈ, ਸਾਕਸ਼ਾਤ ਹੈ। ਪਰੰਤੂ ਮਾਰੇ ਕਹਿੰਦੇ ਲਖੈ ਜੋ ਕੋਈ ਅਰਥਾਤ ਕਿ ਜੇਕਰ ਕੋਈ ਉਸ ਨੂੰ ਲੱਖਣਾ ਅਰਥਾਤ ਵੇਖਣਾ ਜਾਂ ਜਾਣਨਾ ਕਰੇ, ਅਤੇ ਜੇਕਰ ਕੋਈ ਉਸ ਨੂੰ ਜਾਣ ਲਵੇ ਤਾਂ ਮਾਰੇ ਕਹਿੰਦੇ ਤਬ ਉਹੀ ਉਹ ਇਹ ਨਾ ਹੋਈ। ਤਬ ਉਹੀ ਉਹ ਅਰਥਾਤ ਕਿ ਤਾਂ ਫਿਰ ਉਸ ਅਵਸਥਾ ਦੇ ਵਿੱਚ ਉਹੀ ਉਹ ਵਿਆਪਕ ਪ੍ਰਤੀਤ ਹੁੰਦਾ, ਭਾਵ ਕਿ ਬ੍ਰਾਹਮੀ ਬ੍ਰਾਹਮਣ ਨਦਰੀ ਆਉਂਦਾ ਹੈ। ਅਤੇ ਮਹਾਰਾਜ ਕਹਿੰਦੇ ਇਹੋ ਨਾ ਹੋਈ ਅਰਥਾਤ ਕਿ ਜੀਵ ਦੀ ਤਾਂ ਹੋਂਦ ਅਸਤੀ ਹੀ ਮੁੱਕ ਜਾਂਦੀ ਉਸ ਅਵਸਥਾ ਦੇ ਵਿੱਚ, ਇਹ ਰਹਿ ਹੀ ਨਹੀਂ ਜਾਂਦਾ। ਸੋ ਅੱਗੋਂ 43ਵੀਂ ਪੌੜੀ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ। ਕਹਿੰਦੇ ਲਿਉ ਲਿਉ ਕਰਤ ਫਿਰਾ ਸਭ ਲੋਗ, ਤਾ ਕਾਰਨ ਵਿਆਪੈ ਬਹੁ ਸੋਗ, ਲਖਵੀਂ ਵਰਸਿਓ ਜੋ ਲਿਓ ਲਾਵੈ, ਸੋਗ ਮਿਟਾ ਸਭ ਹੀ ਸੁਖ ਪਾਵੈ। ਲਿਉ ਲਿਉ ਕਰਤ ਫਿਰਾ ਸਭ ਲੋਗ, ਪੰਡਤਾਂ ਵੱਲ ਬ੍ਰਾਹਮਣਾਂ ਵੱਲ ਇਸ਼ਾਰਾ ਸਮਕਾਲੀ ਸਮੇਂ ਦੇ ਕਬੀਰ ਜੀਆਂ ਦਾ। ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਵੀ ਬਾਣੀ ਹੈ ਨਾ, ਕਹਿੰਦੇ ਬ੍ਰਾਹਮਣ ਸੰਗ ਉਧਰਣ ਬ੍ਰਹਮ ਕਰਮ ਜੇ ਪੂਰਨ ਹੈ। ਬ੍ਰਾਹਮਣ ਦਾ ਸੰਗ ਕਰ ਲਈਏ ਤਾਂ ਉਧਾਰ ਹੋ ਜਾਂਦਾ, ਪਰ ਸ਼ਰਤ ਇਹ ਹੈ ਕਿ ਬ੍ਰਾਹਮਣ ਬ੍ਰਹਮ ਕਰਮ ਦੇ ਵਿੱਚ ਪੂਰਨ ਹੋਵੇ। ਪਰ ਮਹਾਰਾਜ ਦੇ ਸਮਕਾਲੀ ਬ੍ਰਾਹਮਣਾਂ ਦੀ ਦਸ਼ਾ ਕੀ ਸੀ? ਮਹਾਰਾਜ ਕਹਿੰਦੇ ਲੋ ਲਈ ਤ੍ਰਿਸ਼ਨਾ ਤੇ ਉਤਮਨ ਮਾਏ ਕਰਮ ਕਰਤ ਸੇ ਸੂਕਰ ਹੈ। ਮਹਾਰਾਜ ਕਹਿੰਦੇ ਮਾਇਆ ਦਾ ਪ੍ਰਭਾਵ ਕਰਕੇ ਮਨ ਦੇ ਵਿੱਚ ਅਤ੍ਰਿਪਤ ਹੋਏ ਫਿਰਦੇ ਨੇ, ਆ ਵੀ ਲੈ ਲਵਾਂ ਉਹ ਵੀ ਲੈ ਲਵਾਂ, ਔਰ ਕਰਮ ਕਰਦੇ ਨੇ। ਮਹਾਰਾਜ ਕਹਿੰਦੇ ਸੂਰਾਂ ਵਾਲੇ ਬ੍ਰਾਹਮਣਾਂ ਵਾਲਾ ਤੇ ਕਰਮ ਹੀ ਨਹੀਂ ਕਰਦੇ, ਗੁਰੂ ਅਰਜਨ ਪਾਤਸ਼ਾਹ ਕਹਿੰਦੇ। ਔਰ ਇੱਥੇ ਵੀ ਧੰਨ ਕਬੀਰ ਪਾਤਸ਼ਾਹ ਕਹਿੰਦੇ ਨੇ ਲਿਉ ਲਿਉ ਕਰਤ ਫਿਰਾ ਸਭ ਲੋਕ, ਆ ਵੀ ਲੈ ਲਵਾਂ ਉਹ ਵੀ ਲੈ ਲਵਾਂ ਕਰਦੇ ਫਿਰਦੇ ਨੇ ਸਾਰੇ ਲੋਕ, ਸਾਰੀ ਦੁਨੀਆ ਜੱਫੇ ਮਾਰਦੀ ਫਿਰਦੀ ਆ। ਕਬੀਰ ਜੀ ਕਹਿੰਦੇ ਇਸੇ ਕਰਕੇ ਕਹਿੰਦੇ ਤਾ ਕਾਰਨ ਵਿਆਪੈ ਬਹੁ ਸੋਗ, ਕੇਵਲ ਇਸੇ ਕਰਕੇ ਸਾਨੂੰ ਤ੍ਰਿਸ਼ਨਾਲੂ ਜੀਵਾਂ ਨੂੰ ਬਹੁਤ ਜ਼ਿਆਦਾ ਸੋਗ ਅਥਵਾ ਗਮ ਜਾਂ ਫਿਕਰ ਵਿਆਪਦੇ ਨੇ ਭਾਈ। ਮਹਾਰਾਜ ਕਹਿੰਦੇ ਲਖਮੀ ਵਰਸਿਓ ਜੋ ਲਿਓ ਲਾਵੈ, ਸੋਗ ਮਿਟਾ ਸਭ ਹੀ ਸੁਖ ਪਾਵੈ। ਲਖਮੀ ਵਰਸਿਓ, ਲਖਮੀ ਮਾਇਆ ਨੂੰ ਕਹਿੰਦੇ ਨੇ, ਬਾਰਪਤੀ ਨੂੰ ਕਹਿੰਦੇ ਨੇ। ਮਾਇਆ ਦੇ ਪਤੀ ਪਰਮੇਸ਼ਰ ਦੇ ਨਾਲ ਜੋ ਲਿਓ ਲਾਵੈ, ਜੇਕਰ ਇਹ ਜੀਵ ਲਿਵ ਲਗਾਉਣੀ ਕਰੇ, ਭਾਵ ਕੇ ਬਿਰਤੀ ਜੋੜਨੀ ਕਰੇ ਨਾ, ਮਹਾਰਾਜ ਕਹਿੰਦੇ ਸੋਗ ਮਿਟਾ ਸਭ ਹੀ ਸੁਖ ਪਾਵੈ। ਤਾਂ ਫਿਰ ਉਸ ਗੁਰਮੁਖ ਗੁਰੂ ਪਿਆਰੇ ਦੇ ਸਾਰੇ ਸੋਗ ਮਿਟ ਜਾਂਦੇ ਨੇ ਭਾਈ, ਗਮ ਜਾਂ ਫਿਕਰ ਮੁੱਕ ਜਾਂਦੇ ਨੇ, ਅਤੇ ਉਹ ਗੁਰਮੁਖ ਗੁਰੂ ਪਿਆਰਾ ਸਾਰੇ ਸੁੱਖ ਹੀ ਪਾ ਲੈਂਦਾ ਮਹਾਰਾਜ ਕਹਿੰਦੇ। ਸੋ ਅੱਗੋਂ 44ਵੀਂ ਪੌੜੀ ਦੇ ਵਿੱਚ ਖੱਖਾ ਅੱਖਰ ਦੇ ਪਰਥਾਏ ਮਹਾਰਾਜ ਕਿਰਪਾ ਕਰਨ ਲੱਗੇ।
ਕਹਿੰਦੇ ਖੱਖਾ ਖਿਰਤ ਖਪਤ ਗਏ ਕੇਤੇ, ਖਿਰਤ ਖਪਤ ਅਜਹੁ ਨਹਿ ਚੇਤੇ। ਆਬ ਜਗ ਜਾਨ ਜੋ ਮਨਾ ਰਹੈ, ਜਹ ਕਾ ਵਿਸ਼ੁਰਾ ਤਹ ਥਿਰ ਲਹੈ। ਖੱਖਾ ਖਿਰਤ ਖਪਤ ਗਏ ਕੇਤੇ, ਅਰਥਾਤ ਖੱਖਾ ਅੱਖਰ ਦੇ ਪਰਥਾਏ ਮਹਾਰਾਜ ਕਿਰਪਾ ਕਰਦੇ ਹਨ ਕਿ ਕਿੰਨੇ ਲੋਕ ਖੁਰਦਿਆਂ ਖੁਰਦਿਆਂ ਖਪ ਗਏ, ਭਾਵ ਕੇ ਝੜਦਿਆਂ ਝੜਦਿਆਂ ਨਾਸ਼ ਹੋ ਗਏ। ਅਤੇ ਮਹਾਰਾਜ ਕਹਿੰਦੇ ਖਿਰਤ ਖਪਤ ਅਜਹੁ ਨਹਿ ਚੇਤੇ, ਪਲ ਪਲ ਖਿਰਦਿਆਂ ਹੋਇਆਂ ਖਪਦੇ ਜਾ ਰਹੇ ਹਨ, ਪਰੰਤੂ ਮਹਾਰਾਜ ਕਹਿੰਦੇ ਅਜਹੁ ਨਹਿ ਚੇਤੇ, ਅਰਥਾਤ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਜੇ ਵੀ ਚੇਤੇ ਨਹੀਂ ਕਰਦੇ। ਖੁਰਦੇ ਜਾ ਰਹੇ ਨੇ, ਖਪਦੇ ਜਾ ਰਹੇ ਨੇ, ਪਰ ਚੇਤੇ ਨਹੀਂ ਕਰਦੇ। ਕਹਿੰਦੇ ਆਬ ਜਗ ਜਾਨ ਜੋ ਮਨਾ ਰਹੈ। ਸੰਪਰਦਾਵਾਂ ਦੇ ਵਿੱਚ ਇਹਦਾ ਪਾਠ ਮਨਾ ਰਹਿ ਵੀ ਕੀਤਾ ਜਾਂਦਾ ਹੈ ਕਿ ਮਨ ਨੂੰ ਮਨਾ ਕਰਕੇ ਰੱਖੇ ਵਿਕਾਰਾਂ ਵੱਲੋਂ। ਔਰ ਕੁਝ ਜਿਹੜੇ ਜਿਵੇਂ ਸ਼੍ਰੋਮਣੀ ਕਮੇਟੀ ਉਹਦੇ ਵਿੱਚ ਪਾਠ ਮਨਾ ਹੀ ਹੈ। ਆਬ ਜਗ ਜਾਨ ਜੋ ਮਨਾ ਰਹੈ, ਅਰਥਾਤ ਕਿ ਹੁਣ ਜੇਕਰ ਇਹ ਜੀਵ ਇਸ ਜਗਤ ਦੀ ਨਾਸ਼ਮਾਨਤਾ ਵਾਲੀ ਅਸਲੀਅਤ ਨੂੰ ਜਾਣ ਕੇ ਮਨ ਕਰਕੇ ਸਥਿਰ ਰਹਿਣਾ ਕਰੇ ਤਾਂ ਮਹਾਰਾਜ ਕਹਿੰਦੇ ਜਹ ਕਾ ਵਿਸ਼ਰਾ ਤਹ ਥਿਰ ਲਹੈ। ਜਹ ਕਾ ਵਿਸ਼ਰਾ ਅਰਥਾਤ ਕਿ ਇਹ ਜੀਵ ਜਿੱਥੋਂ ਦਾ ਵਿਛੜਿਆ ਹੋਇਆ ਨਾ, ਅਰਥਾਤ ਕਿ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲੋਂ ਟੁੱਟ ਕੇ ਆਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਹਾਰਾਜ ਕਹਿੰਦੇ ਤਹ ਥਿਰ ਲਹੈ, ਅਰਥਾਤ ਕਿ ਉਸੇ ਪਰਮੇਸ਼ਰ ਦੇ ਵਿੱਚੋਂ ਹੀ ਥਿਰਤਾ ਨੂੰ ਲੱਭ ਲੈਂਦਾ, ਅਡੋਲਤਾ ਅਥਵਾ ਟਿਕਾ ਨੂੰ ਪ੍ਰਾਪਤ ਕਰ ਲੈਂਦਾ। ਸੋ ਅੱਗੋਂ ਅੰਤਮ 45ਵੀਂ ਪੌੜੀ ਦੇ ਵਿੱਚ ਕਬੀਰ ਪਾਤਸ਼ਾਹ ਕਿਰਪਾ ਕਰਨ ਲੱਗੇ ਆਪਣੀ ਬਾਣੀ 52 ਅੱਖਰੀ ਦੀ। ਕਹਿੰਦੇ 52 ਅੱਖਰ ਜੋਰਿਆ ਨਾ, ਸਕਿਆ ਨਾ ਅੱਖਰ ਏਕ ਪਛਾਨ। ਸਤ ਕਾ ਸ਼ਬਦ ਕਬੀਰਾ ਕਹਾ, ਪੰਡਿਤ ਹੋਏ ਸੋ ਅਨਪੈ ਰਹਾ। ਪੰਡਿਤ ਲੋਗਹਿ ਕੋ ਵਿਵਹਾਰ, ਗਿਆਨਵੰਤ ਕੋ ਤਤ ਵਿਚਾਰ। ਜਾ ਕੈ ਜੀ ਜੈਸੀ ਬੁੱਧ ਹੋਈ, ਕਹਿ ਕਬੀਰ ਜਾਣੇਗਾ ਸੋਈ। 52 ਅੱਖਰ ਜੋਰਿਆਨ, ਆਨ ਤੋਂ ਅਰਥ ਹੁੰਦਾ ਲਿਆ ਕੇ, ਅਰਥਾਤ ਕਿ ਪੰਡਤ ਜੀ ਸੰਸਕ੍ਰਿਤ ਦੇ 52 ਅੱਖਰ ਲਿਆਣ ਕੇ ਸ਼ਬਦ ਤਾਂ ਕਈ ਜੋੜ ਦਿੱਤੇ, ਭਾਵ ਕਿ ਪੁਸਤਕਾਂ ਅਤੇ ਗ੍ਰੰਥ ਤਾਂ ਬਹੁਤ ਰਚ ਦਿੱਤੇ, ਪਰੰਤੂ ਮਹਾਰਾਜ ਕਹਿੰਦੇ ਸਕਿਆ ਨਾ ਅੱਖਰ ਏਕ ਪਛਾਣ, ਅਰਥਾਤ ਕਿ ਇਹਨਾਂ ਸਾਰੇ ਅੱਖਰਾਂ ਦਾ ਮੂਲ ਮੁੱਢ ਅਸਲ ਹੈ ਨਾ ਜਿਹੜਾ, ਭਾਵ ਇੱਕ ਨਾਮ ਰੂਪੀ ਅੱਖਰ ਹੈ ਜਿਹੜਾ, ਤੂੰ ਮਹਾਰਾਜ ਕਹਿੰਦੇ ਉਹਨੂੰ ਪਛਾਣ ਹੀ ਨਹੀਂ ਸਕਿਆ। ਜਿਵੇਂ ਸੁਖਮਣੀ ਸਾਹਿਬ ਦੇ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਕਿਰਪਾ ਕਰਦੇ ਨੇ ਨਾ, ਕਹਿੰਦੇ ਵੇਦ ਪੁਰਾਨ ਸਿਮਰਿਤ ਸੁਦਾਖਰ, 4 ਵੇਦ 18 ਪੁਰਾਣ 27 ਸਿਮਰਤੀਆਂ, ਜਿਨ੍ਹਾਂ ਨੂੰ ਬ੍ਰਾਹਮਣ ਸ਼ੁੱਧ ਅੱਖਰ ਕਹਿੰਦੇ ਨੇ। ਇਹ ਪਤਾ ਕਾਹਦੇ 'ਚੋਂ ਪੈਦਾ ਹੋਏ ਨੇ? ਅਕਾਲ ਪੁਰਖ ਨੇ ਕੀਤੇ ਨੇ। ਕੀਨੇ ਰਾਮ ਨਾਮ ਇੱਕ ਆਖਰ, ਉਹ ਰਾਮ ਦੇ ਨਾਮ ਰੂਪੀ ਇੱਕ ਅੱਖਰ ਦੇ ਵਿੱਚੋਂ ਹੀ ਪੈਦਾ ਕੀਤੇ ਗਏ ਨੇ ਸਾਰੇ ਇਹ। ਮਾਰੇ ਕਹਿੰਦੇ 52 ਅੱਖਰ ਤੇ ਜੋੜ ਲਿਆ ਕੇ, ਪਰ ਇੱਕ ਅੱਖਰ ਤੂੰ ਪਛਾਣ ਹੀ ਨਹੀਂ ਸਕਿਆ ਨਾਮ ਰੂਪੀ ਅੱਖਰ। ਕਹਿੰਦੇ ਸਤ ਕਾ ਸ਼ਬਦ ਕਬੀਰਾ ਕਹਾ, ਪੰਡਿਤ ਹੋਏ ਸੋ ਅਨਪੈ ਰਹਾ। ਸਤ ਕਾ ਸ਼ਬਦ ਕਬੀਰਾ ਕਹਾ, ਕਬੀਰ ਜੀ ਕਿਰਪਾ ਕਰਦੇ ਹਨ ਕਿ ਭਾਈ ਮੈਂ ਤਾਂ ਸੱਚਾ ਬਚਨ ਕਹਿੰਦਾ ਹਾਂ। ਆ ਬਾਣੀ ਜਿਹੜੀ ਉਚਾਰਨ ਕੀਤੀ 52 ਅੱਖਰੀ ਆ, ਸੱਚ ਦਾ ਸ਼ਬਦ ਹੀ ਕਿਹਾ ਕਬੀਰ ਜੀ। ਕਹਿੰਦੇ ਕਿਹੜਾ ਸੱਚਾ ਬਚਨ ਕਹਿੰਦਾ ਹਾਂ? ਕਹਿੰਦਾ ਪੰਡਿਤ ਹੋਏ ਸੋ ਅਨਪੈ ਰਹਾ, ਅਰਥਾਤ ਕਿ ਜਿਹੜਾ ਵਾਕਿਆ ਹੀ ਪੰਡਿਤ ਅਥਵਾ ਵਿਦਵਾਨ ਹੁੰਦਾ ਨਾ, ਮਹਾਰਾਜ ਕਹਿੰਦੇ ਸੋ ਅਨਪੈ ਰਹਾ, ਅਰਥਾਤ ਕਿ ਉਹ ਡਰ ਤੋਂ ਰਹਿਤ, ਭਾਵ ਨਿਰਭੈ ਹੋ ਕੇ ਰਹਿੰਦਾ। ਜਿਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਇੱਕ ਸਲੋਕ ਹੈ ਨਾ, ਭੋਗ ਦੇ ਸਲੋਕਾਂ 'ਚ ਮਹਾਰਾਜ ਕਹਿੰਦੇ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਧਿਆਨ, ਕਹਿ ਨਾਨਕ ਸੁੰਦਰੇ ਮਨਾ ਗਿਆਨੀ ਤਾਹਿ ਬਖਾਨ। ਜਿਹੜਾ ਨਾ ਕਿਸੇ ਨੂੰ ਡਰ ਦਿੰਦਾ ਨਾ ਕਿਸੇ ਤੋਂ ਡਰਦਾ, ਮੇਰੇ ਮਨਾ ਘੱਟੋ ਘੱਟ ਤੂੰ ਉਹਨੂੰ ਗਿਆਨੀ ਆਖੀ। ਮਹਾਰਾਜ ਕਹਿੰਦੇ ਜਿਹੜਾ ਨਾ ਡਰਦਾ ਤੇ ਨਾ ਡਰਾਉਂਦਾ। ਸੋ ਇੱਥੇ ਵੀ ਕਬੀਰ ਜੀ ਕਹਿੰਦੇ ਨੇ ਪੰਡਿਤ ਹੋਏ ਸੋ ਅਨਭੈ ਰਹਾ, ਜਿਹੜਾ ਵਾਕਿਆ ਹੀ ਭਾਈ ਪੰਡਿਤ ਹੁੰਦਾ, ਵਿਦਵਾਨ ਹੁੰਦਾ, ਉਹ ਡਰ ਤੋਂ ਰਹਿਤ ਹੋ ਕੇ ਰਹਿੰਦਾ, ਕਿਸੇ ਤੋਂ ਡਰਦਾ ਨਹੀਂ। ਪਰੰਤੂ ਸਮਕਾਲੀ ਪੰਡਿਤ ਕਿਵੇਂ ਦੇ ਸਨ ਕਬੀਰ ਜੀ ਦੇ? ਕਹਿੰਦੇ ਪੰਡਿਤ ਲੋਗੈ ਕਉ ਵਿਵਹਾਰ, ਗਿਆਨਵੰਤ ਕਉ ਤਤ ਵਿਚਾਰ।
ਪੰਡਤ ਲੋਕਾਂ ਕੋ ਵਿਵਹਾਰ ਅਜੋਕੇ। ਪੰਡਤ ਲੋਕਾਂ ਦਾ ਤਾਂ ਵਿਹਾਰ ਬਣ ਚੁੱਕਾ ਹੈ, ਸੁਭਾਅ ਜਾਂ ਲੱਛਣ ਬਣ ਚੁੱਕਾ ਹੈ ਕਿ ਆਪਣੇ ਪੇਟ ਪੂਰਤੀ ਦੀ ਖਾਤਰ ਅੱਖਰਾਂ ਨੂੰ ਜੋੜ ਜੋੜ ਕੇ ਲੋਕਾਂ ਨੂੰ ਉਪਦੇਸ਼ ਕਰਦੇ ਰਹਿੰਦੇ ਨੇ। ਪਰੰਤੂ ਕਬੀਰ ਜੀ ਕਹਿੰਦਾ ਗਿਆਨਵੰਤ ਕੋ ਤਤ ਵਿਚਾਰ, ਅਰਥਾਤ ਕਿ ਅਸਲ ਦੇ ਵਿੱਚ ਇਹ ਜਿਹੜੇ ਅੱਖਰ ਨੇ ਨਾ, ਗਿਆਨਵਾਨ ਲੋਕਾਂ ਦੇ ਲਈ ਤਤ ਸਰੂਪ ਪਰਮੇਸ਼ਰ ਦੀ ਵਿਚਾਰ ਦਾ ਵਸੀਲਾ ਨੇ ਭਾਈ, ਵਸੀਲਾ। ਭਾਵ ਕਿ ਅੱਖਰੀ ਨਾਮ ਅੱਖਰੀ ਸਲਾਹ ਦੇ ਵਾਂਗ ਇਹਨਾਂ ਅੱਖਰਾਂ ਦੇ ਦੁਆਰਾ ਹੀ ਪਰਮੇਸ਼ਰ ਦੀ ਸਿਫਤ ਸਲਾਹ ਤੇ ਵਿਚਾਰ ਕੀਤੀ ਜਾਂਦੀ ਹੈ। ਸੋ ਮਹਾਰਾਜ ਕਹਿੰਦੇ ਪੰਡਤ ਲੋਗਾ ਕੋ ਵਿਵਹਾਰ, ਗਿਆਨਵੰਤ ਕੋ ਤਤ ਵਿਚਾਰ। ਜਾਂ ਫਿਰ ਕਬੀਰ ਜੀਆਂ ਦੀ ਬਾਣੀ ਜਿਹੜੀ 52 ਅੱਖਰੀ, ਉਹ ਵੀ ਗਿਆਨਵਾਨ ਪੁਰਸ਼ਾਂ ਦੇ ਲਈ ਪਰਮੇਸ਼ਰ ਦੀ ਵਿਚਾਰ ਦਾ ਵਸੀਲਾ ਹੈ। ਕਹਿੰਦੇ ਜਾ ਕੇ ਜੀ ਜੈਸੀ ਬੁੱਧ ਹੋਈ, ਕਹਿ ਕਬੀਰ ਜਾਣੇਗਾ ਸੋਈ। ਜਾ ਕੇ ਜੀ ਜੈਸੀ ਬੁੱਧ ਹੋਈ, ਅਰਥਾਤ ਕਿ ਜਿਸ ਮਨੁੱਖ ਦੇ ਜੀ ਅਥਵਾ ਮਨ ਜਾਂ ਚਿੱਤ ਦੇ ਵਿੱਚ ਜੈਸੀ ਬੁੱਧ ਹੋਈ, ਅਰਥਾਤ ਹੈ ਕਿ ਜਿਸ ਤਰ੍ਹਾਂ ਦੀ ਵੀ ਬੁੱਧੀ ਹੋਵੇਗੀ, ਭਾਵ ਕਿ ਸੂਝ ਬੂਝ ਜਾਂ ਅਕਲ ਹੋਵੇਗੀ। ਕਹਿ ਕਬੀਰ ਜਾਣੇਗਾ ਸੋਈ, ਕਹਿੰਦੇ ਹਨ ਕਬੀਰ ਪਾਤਸ਼ਾਹ ਕਿ ਉਹ ਮਨੁੱਖ ਇਹਨਾਂ ਅੱਖਰਾਂ ਦੇ ਵਿੱਚੋਂ ਕੇਵਲ ਉਸੇ ਤਰ੍ਹਾਂ ਦਾ ਪਰਮਾਰਥ ਹੀ ਜਾਣੇਗਾ ਜਿਵੇਂ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹਿ ਤੇਤੀ, ਕਹਿੰਦੇ ਨੇ ਮਹਾਰਾਜ। ਭਾਵ ਕਿ ਇਹਨਾਂ ਅੱਖਰਾਂ ਦੇ ਵਿੱਚੋਂ ਕੇਵਲ ਉਸੇ ਤਰ੍ਹਾਂ ਦੀ ਜੀਵਨ ਜਾਚ ਹੀ ਗ੍ਰਹਿਣ ਕਰੇਗਾ ਕੋਈ ਜੀਵ ਜਿਸ ਤਰ੍ਹਾਂ ਦੀ ਭਾਈ ਉਸ ਦੀ ਬੁੱਧੀ ਹੋਵੇਗੀ। ਕਹਿੰਦੇ ਜਾ ਕੇ ਜੀ ਜੈਸੀ ਬੁੱਧ ਹੋਈ, ਕਹਿ ਕਬੀਰ ਜਾਣੇਗਾ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।